ਰਵਿੰਦਰ ਸਿੰਘ ਸੋਢੀ ਦੇ ਕਹਾਣੀ ਸੰਗ੍ਰਹਿ ਹੱਥਾਂ 'ਚੋਂ ਕਿਰਦੀ ਰੇਤ ਵਿਚਲੀ ਇੱਕ ਕਹਾਣੀ ਆਪਣਾ ਆਪਣਾ ਦਰਦ। ਡਾਕਟਰ ਨੇ ਦੱਸ ਦਿੱਤਾ ਸੀ ਕਿ 72 ਘੰਟੇ ਲੰਘ ਜਾਣ ਬਾਅਦ ਹੀ ਮਰੀਜ਼ ਦੀ ਹਾਲਤ ਸੰਬੰਧੀ ਪੱਕੇ ਤੌਰ 'ਤੇ ਕੁਝ ਕਿਹਾ ਜਾ ਸਕਦਾ ਹੈ। ਜੇ ਇਸ ਸਮੇਂ ਦੌਰਾਨ ਮਰੀਜ਼ ਦੀ ਹਾਲਤ ਨਾਰਮਲ ਰਹੀ ਤਾਂ ਕੁਝ ਆਸ ਹੈ। ਅਜੇ ਤਾਂ 36 ਘੰਟੇ ਵੀ ਨਹੀਂ ਸੀ ਬੀਤੇ। ਜਦੋਂ ਤੋਂ ਸੁਧਾ ਨੂੰ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਾਇਆ ਸੀ, ਉਸਨੇ ਇੱਕ ਵਾਰ ਵੀ ਅੱਖ ਨਹੀਂ ਸੀ ਖੋਲ੍ਹੀ। ਨੱਕ ਵਿੱਚ ਸਾਹ ਵਾਲੀ ਨਾਲੀ ਲੱਗੀ ਹੋਈ ਸੀ, ਖੱਬੀ ਬਾਂਹ 'ਤੇ ਗਲੂਕੋਜ਼, ਬਲੱਡ ਪ੍ਰੈਸ਼ਰ, ਨਬਜ਼ ਤੇ ਦਿਲ ਦੀ ਧੜਕਨ ਦੇਖਣ ਲਈ ਵੀ ਤਾਰਾਂ ਲੱਗੀਆਂ ਹੋਈਆਂ ਸੀ। ਕੰਨ 'ਤੇ ਲੱਗੀ ਸਕਰੀਨ ਤੋਂ ਹਰ ਚੀਜ਼ ਦਾ ਪਤਾ ਲੱਗ ਰਿਹਾ ਸੀ। ਨਰਸ 15-20 ਮਿੰਟ ਬਾਅਦ ਕਮਰੇ ਵਿੱਚ ਚੱਕਰ ਲਾ ਜਾਂਦੀ। ਡਾਕਟਰ ਚਾਵਲਾ, ਜੋ ਧਰਮਪਾਲ ਦਾ ਚੰਗਾ ਵਾਕਿਫ ਸੀ, ਆਪ ਵੀ 3-4 ਵਾਰ ਆ ਚੁੱਕਿਆ ਸੀ। ਉਸਨੇ ਧਰਮਪਾਲ ਨੂੰ ਦੱਸ ਦਿੱਤਾ ਸੀ ਕਿ ਸੁਧਾ ਨੂੰ ਸਵੀਅਰ ਹਾਰਟ ਅਟੈਕ ਹੋਇਆ ਸੀ, ਇਸ ਲਈ ਅਜੇ ਕੁਝ ਵੀ ਕਹਿਣਾ ਮੁਸ਼ਕਲ ਹੈ। ਧਰਮਪਾਲ ਨੇ ਆਪਣੇ ਬੱਚਿਆਂ ਆਕਾਸ਼ ਤੇ ਮੀਨੂ ਨੂੰ ਇਹ ਗੱਲ ਦੱਸ ਦਿੱਤੀ। ਧਰਮਪਾਲ, ਮੀਨੂ ਤੇ ਆਕਾਸ਼ ਲਈ ਵਕਤ ਜਿਵੇਂ ਠਹਿਰ ਗਿਆ ਸੀ। ਉਹ ਕਦੇ ਬੇਹੋਸ਼ ਪਈ ਸੁਧਾ ਵੱਲ ਦੇਖਦੇ, ਕਦੇ ਸਾਹਮਣੇ ਲੱਗੀ ਸਕਰੀਨ ਵੱਲ, ਜਿਸ ਤੋਂ ਬਲੱਡ ਪ੍ਰੈਸ਼ਰ, ਦਿਲ ਦੀ ਧੜਕਨ, ਨਬਜ਼ ਦੇ ਉੱਪਰ ਹੇਠਾਂ ਹੋਣ ਦਾ ਪਤਾ ਲੱਗ ਰਿਹਾ ਸੀ, ਅਤੇ ਜਾਂ ਇੱਕ ਦੂਜੇ ਵੱਲ, ਪਰ ਬੋਲ ਕੁਝ ਨਹੀਂ ਸੀ ਰਹੇ। ਤਿੰਨਾਂ ਦੀ ਭੁੱਖ ਪਿਆਸ, ਨੀਂਦ, ਸਭ ਕੁਝ ਉੱਡ ਗਿਆ ਸੀ। ਮੈਨੂੰ ਤਾਂ ਕੁਝ ਦਿਨ ਪਹਿਲਾਂ ਹੀ MBA ਦੇ ਪੇਪਰ ਦੇ ਕੇ ਘਰ ਆਈ ਸੀ। ਆਕਾਸ਼ ਨੂੰ ਜਦੋਂ ਮਾਂ ਦੀ ਬਿਮਾਰੀ ਦਾ ਪਤਾ ਲੱਗਿਆ, ਉਹ ਬੈਂਗਲੁਰੂ ਤੋਂ ਫਲਾਈਟ ਲੈ ਕੇ ਪਹੁੰਚ ਗਿਆ। ਧਰਮਪਾਲ ਕੁਝ ਦੇਰ ਲਈ ਕਮਰੇ ਵਿੱਚ ਪਏ ਦੂਜੇ ਬੈੱਡ 'ਤੇ ਜਾ ਪਿਆ। ਆਕਾਸ਼ ਦਾ ਕਮਰੇ ਵਿੱਚ ਬੈਠੇ ਬੈਠੇ ਦਿਲ ਜਿਹਾ ਘਬਰਾਉਣ ਲੱਗਿਆ, ਇਸ ਲਈ ਉਹ ਤਾਜ਼ੀ ਹਵਾ ਲੈਣ ਲਈ ਕਮਰੇ ਤੋਂ ਬਾਹਰ ਚਲਾ ਗਿਆ। ਮੈਨੂੰ ਆਪਣੀ ਮਾਂ ਦੇ ਬੈੱਡ ਕੋਲ ਪਈ ਕੁਰਸੀ 'ਤੇ ਬੈਠੀ ਮਾਂ ਦੇ ਚਿਹਰੇ ਵੱਲ ਟਿਕ-ਟਿਕੀ ਲਾ ਕੇ ਦੇਖ ਰਹੀ ਸੀ। ਉਹ ਨਿੰਦਰੇ ਕਾਰਨ ਭਾਵੇਂ ਉਸ ਨੂੰ ਬੈਠੇ ਬੈਠੇ ਝਪਕੀ ਜੀ ਆ ਜਾਂਦੀ, ਪਰ ਜਲਦੀ ਹੀ ਉਹ ਸੁਚੇਤ ਹੋ ਕੇ ਬੈਠ ਜਾਂਦੀ। ਉਹ ਲਗਾਤਾਰ ਸਕਰੀਨ ਵੱਲ ਦੇਖ ਰਹੀ ਸੀ। ਮੀਨੂ ਦੀਆਂ ਅੱਖਾਂ ਵਿੱਚੋਂ ਹੰਝੂ ਆਪ ਮੁਹਾਰੇ ਵਗ ਰਹੇ ਸਨ। ਉਸ ਨੂੰ ਯਾਦ ਆਇਆ ਜਦੋਂ ਕੁਝ ਦਿਨ ਪਹਿਲਾਂ ਹੀ ਉਹ ਮਾਂ ਨਾਲ ਆਪਣੀ ਨੌਕਰੀ ਲਈ ਇੰਟਰਵਿਊ ਦੀਆਂ ਗੱਲਾਂ ਕਰ ਰਹੀ ਸੀ। ਸੁਧਾ ਨੂੰ ਇਸ ਗੱਲ ਦੀ ਖੁਸ਼ੀ ਸੀ ਕਿ ਮੀਨੂ ਨੇ MBA ਚੰਗੇ ਕਾਲਜ ਤੋਂ ਕੀਤੀ ਸੀ, ਇਸ ਲਈ ਨੌਕਰੀ ਵੀ ਵਧੀਆ ਮਿਲ ਜਾਵੇਗੀ, ਅਤੇ ਆਕਾਸ਼ ਕੰਪਿਊਟਰ ਇੰਜੀਨੀਅਰਿੰਗ ਕਰਕੇ ਬੈਂਗਲੁਰੂ ਵਿੱਚ ਵਧੀਆ ਨੌਕਰੀ 'ਤੇ ਲੱਗ ਗਿਆ ਸੀ। ਸੁਧਾ ਨੇ ਮੀਨੂ ਨੂੰ ਦੱਸਿਆ ਕਿ ਹੁਣ ਤਾਂ ਉਸ ਨੂੰ ਦੋਹਾਂ ਦੇ ਵਿਆਹ ਦੀ ਕਾਹਲੀ ਹੈ। ਮੀਨੂ ਨੇ ਮਾਂ ਨੂੰ ਲਾਡ ਨਾਲ ਕਿਹਾ ਕਿ ਕੀ ਹਰ ਵੇਲੇ ਵਿਆਹ ਦਾ ਰਾਗ ਲਾਪਦੇ ਰਹਿੰਦੇ ਹੋ? ਆਕਾਸ਼ ਲਈ ਕੁੜੀ ਲੱਭ ਲਓ, ਉਹ ਤਾਂ ਅਜੇ 2-4 ਸਾਲ ਨੌਕਰੀ ਕਰਕੇ ਫੇਰ ਵਿਆਹ ਬਾਰੇ ਸੋਚੇਗੀ। ਉਹ ਕਹਿ ਦਿੰਦਾ ਪਹਿਲਾਂ ਮੀਨੂ ਦਾ ਵਿਆਹ ਕਰੋ, ਉਹ ਅਜੇ ਕੁਝ ਦੇਰ ਨੌਕਰੀ ਕਰਕੇ ਫੇਰ ਵਿਆਹ ਕਰਵਾਏਗਾ। ਪਤਾ ਨਹੀਂ ਦੋਨਾਂ ਨੂੰ ਪੜ੍ਹ ਲਿਖ ਕੇ ਕਿਹੋ ਜਿਹੀ ਹਵਾ ਲੱਗ ਗਈ ਹੈ। ਲੋਕਾਂ ਦੇ ਜਵਾਕ ਤਾਂ ਆਪੇ ਹੀ ਲੱਭ ਲੈਂਦੇ ਨੇ, ਤੁਸੀਂ ਤਾਂ ਦੋਵੇਂ ਨਲਾਇਕ ਹੋ। ਨਾਲੇ ਮੈਨੂੰ ਬੰਦੇ ਦਾ ਕੀ ਪਤਾ, ਜਿੰਨੀ ਜਲਦੀ ਇਸ ਜ਼ਿੰਮੇਵਾਰੀ ਤੋਂ ਸੁਰਖਰੂ ਹੋ ਜਾਈਏ ਚੰਗਾ। ਮੰਮੀ ਨੇ ਮੀਨੂ ਦੇ ਪਿੱਠ ਥਾਪੜ ਦੇ ਕਿਹਾ, ਕਿਹੋ ਜਿਹੀਆਂ ਭੈੜੀਆਂ ਗੱਲਾਂ ਕਰਦੇ ਹੋ? ਸਾਡੇ ਵਿਆਹ ਦਾ ਫਿਕਰ ਕਰਨ ਦੀ ਕੋਈ ਲੋੜ ਨਹੀਂ, ਆਪੇ ਹੋ ਜੂ। ਮੀਨੂ ਗੁੱਸੇ ਵਿੱਚ ਬੋਲੀ, ਜੇ ਕੋਈ ਲੱਭਿਆ ਹੋਇਆ ਤਾਂ ਦੱਸ। ਮੰਮੀ ਨੇ ਮੀਨੂ ਦਾ ਮੂੰਹ ਆਪਣੇ ਵੱਲ ਕਰਦੇ ਪੁੱਛਿਆ। ਪੁੱਛ ਤਾਂ ਇਸ ਤਰ੍ਹਾਂ ਰਹੇ ਹੋ ਜਿਵੇਂ ਮੇਰੇ ਲੱਭੇ ਨਾ ਹੋਣੀ ਤੋਰ ਦੇਵੋਗੇ, ਮੀਨੂ ਨੇ ਮਾਂ ਦੇ ਨੇੜੇ ਹੁੰਦੇ ਕਿਹਾ। ਸੁਧਾ ਸਮਝ ਗਈ ਕਿ ਮੀਨੂ ਕੋਈ ਦਿਲ ਦੀ ਗੱਲ ਕਰਨਾ ਚਾਹੁੰਦੀ ਹੈ। ਮਾਂ ਨੇ ਭੇਦ ਪਾਉਣ ਲਈ ਹੱਸਦੇ ਹੋਏ ਕਿਹਾ, ਜੇ ਕੋਈ ਹੈ ਤਾਂ ਦੱਸ ਦੇ, ਤੂੰ ਅੱਜ ਬੁਲਾ ਉਸ ਨੂੰ, ਮੈਂ ਕੱਲ੍ਹ ਨੂੰ ਤੇਰੀਆਂ ਭੁਆਟਣੀਆਂ ਉਸ ਨਾਲ ਕਰਵਾ ਕੇ ਤੋਰ ਦੂੰ। ਪਾਪਾ ਮੰਨ ਜਾਣਗੇ? ਮੀਨੂ ਨੇ ਮਾਂ ਦੇ ਗਲ ਵਿੱਚ ਬਾਹਾਂ ਪਾ ਕੇ ਪੁੱਛਿਆ। ਪਹਿਲਾਂ ਮੈਨੂੰ ਦੱਸ, ਪਾਪਾ ਨਾਲ ਬਾਅਦ ਵਿੱਚ ਗੱਲ ਕਰੂੰ। ਮੀਨੂ ਕੁਝ ਬੋਲਦੀ ਬੋਲਦੀ ਅਚਾਨਕ ਰੁਕ ਗਈ। ਉਹ ਮਾਂ ਦੇ ਚਿਹਰੇ ਵੱਲ ਦੇਖਣ ਲੱਗੀ। ਸੁਧਾ ਤਾਂ ਮੀਨੂ ਦੀ ਗੱਲ ਸੁਣਨ ਲਈ ਕਾਹਲੀ ਸੀ। ਮਾਮਾ, ਮੈਂ ਕਈ ਦਿਨਾਂ ਤੋਂ ਤੁਹਾਡੇ ਨਾਲ ਗੱਲ ਕਰਨ ਦੀ ਸੋਚ ਰਹੀ ਸੀ, ਪਰ ਹੌਸਲਾ ਨਹੀਂ ਸੀ ਹੁੰਦਾ ਕਿ ਤੁਸੀਂ ਨਾਰਾਜ਼ ਨਾ ਹੋ ਜਾਓ। ਇਸ ਵਿੱਚ ਨਾਰਾਜ਼ ਹੋਣ ਵਾਲੀ ਕਿਹੜੀ ਗੱਲ ਹੈ? ਅੱਜ ਕੱਲ੍ਹ ਤਾਂ ਬੱਚਿਆਂ ਦੀ ਪਸੰਦ ਪਹਿਲਾਂ ਪੁੱਛਣੀ ਪੈਂਦੀ ਹੈ। ਕੌਣ ਹੈ? ਮੀਨੂ ਨੇ ਫਿਰ ਮੰਮਾ ਨੂੰ ਘੁੱਟ ਕੇ ਗਲਵੱਕੜੀ ਪਾ ਲਈ। ਉਹਨੇ ਲਾਡੀਆਂ ਫਾਡੀਆਂ ਛੱਡ, ਸਿੱਧੀ ਗੱਲ ਕਰ। ਮਾਮਾ, ਉਹ ਮੀਨੂ ਨੇ ਆਪਣੀ ਗੱਲ ਪੂਰੀ ਨਾ ਕੀਤੀ, ਜਿਵੇਂ ਉਹ ਝਿਜਕ ਰਹੀ ਹੋਵੇ। ਸੁਧਾ ਨੇ ਉੱਠ ਕੇ ਚੱਪਲਾਂ ਪਾਉਂਦੇ ਹੋਏ ਕਿਹਾ, ਆ ਮੇਰਾ ਟਾਈਮ ਨਾ ਖਰਾਬ ਕਰ, ਮੈਂ ਰਸੋਈ ਵਿੱਚ ਕਈ ਕੰਮ ਕਰਨੇ ਨੇ। ਮੀਨੂ ਨੇ ਮੰਮਾ ਦੀ ਬਾਂਹ ਪਕੜ ਕੇ ਫਿਰ ਬਿਠਾ ਲਿਆ। ਦੇਖ, ਜਦ ਤੱਕ ਤੂੰ ਪੂਰੀ ਗੱਲ ਨਹੀਂ ਦੱਸਦੀ ਤਾਂ ਮੈਂ ਤੇਰੇ ਪਾਪਾ ਨਾਲ ਗੱਲ ਕਿਵੇਂ ਕਰਾਂਗੀ? ਜਾ ਐਂ ਕਰ, ਤੂੰ ਆਪ ਹੀ ਆਪਣੇ ਪਾਪਾ ਨਾਲ ਗੱਲ ਕਰ ਲੈ। ਸੁਧਾ ਨੇ ਦਿਖਾਵੇ ਦੇ ਤੌਰ 'ਤੇ ਕਿਹਾ। ਨਾ 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 ਨਾ, ਪਾਪਾ ਨਾਲ ਤਾਂ ਤੁਸੀਂ ਗੱਲ ਕਰੋ।
ਮੀਨੂ ਨੇ ਕਾਹਲੀ ਨਾਲ ਕਿਹਾ। ਚੱਲ ਜਲਦੀ ਦੱਸ ਵੇ। ਸੁਧਾ ਨੇ ਮੀਨੂ ਵੱਲ ਦੇਖਦੇ ਕਿਹਾ। ਮਾਮਾ ਉਹ, ਇਹ ਕਹਿ ਕੇ ਮੈਨੂੰ ਫਿਰ ਚੁੱਪ ਕਰ ਗਈ। ਇਸ ਵਾਰ ਸੁਧਾ ਕੁਝ ਨਾ ਬੋਲੀ, ਸਿਰਫ ਉਸ ਦੇ ਮੂੰਹ ਵੱਲ ਦੇਖਦੀ ਰਹੀ। ਕੁਝ ਦੇਰ ਚੁੱਪ ਰਹਿ ਕੇ ਮੀਨੂ ਨੇ ਕਿਹਾ, ਮਾਮਾ ਉਹ ਸਾਊਥ ਇੰਡੀਅਨ ਹੈ ਅਤੇ ਕ੍ਰਿਸਚੀਅਨ ਹੈ। ਇਹ ਸੁਣਦੇ ਹੀ ਸੁਧਾ ਨੂੰ ਇੱਕ ਝਟਕਾ ਜਿਹਾ ਲੱਗਿਆ। ਉਸਨੇ ਹੈਰਾਨੀ ਅਤੇ ਕੁਝ ਗੁੱਸੇ ਨਾਲ ਮੀਨੂ ਵੱਲ ਦੇਖਿਆ। ਮੀਨੂ ਆਪਣੀ ਮਾਂ ਦੀ ਅਜਿਹੀ ਤੱਕਣੀ ਤੋਂ ਡਰ ਗਈ। ਮੰਮਾ ਉਹ ਬਹੁਤ ਚੰਗਾ ਹੈ, ਫੈਮਿਲੀ ਵੀ ਬੜੀ ਰਿਚ ਹੈ। ਉਸਦੇ ਫਾਦਰ IAS ਨੇ ਅਤੇ ਮਦਰ ਡਾਕਟਰ। ਉਸਦੀ ਭੈਣ ਅਤੇ ਜੀਜਾ ਅਮਰੀਕਾ ਵਿੱਚ ਡਾਕਟਰ ਹਨ। ਮੀਨੂ ਨੇ ਸਫਾਈ ਦਿੰਦਿਆਂ ਕਿਹਾ। ਨਾ ਤੈਨੂੰ ਕੋਈ ਆਪਣਾ ਪੰਜਾਬੀ ਮੁੰਡਾ ਨਹੀਂ ਲੱਭਿਆ? ਸੁਧਾ ਨੇ ਗੁੱਸੇ ਵਿੱਚ ਕਿਹਾ। ਮਾਮਾ ਪਲੀਜ਼। ਇਸ ਤੋਂ ਅੱਗੇ ਮੀਨੂ ਕੁਝ ਨਾ ਬੋਲ ਸਕੀ। ਮੀਨੂ ਦਾ ਚਿਹਰਾ ਉਤਰ ਗਿਆ। ਉਸਨੂੰ ਤਾਂ ਆਪਣੀ ਮਾਂ ਤੋਂ ਹੀ ਆਸ ਸੀ ਕਿ ਉਹੀ ਪਾਪਾ ਨੂੰ ਮਨਾ ਸਕਦੇ ਨੇ, ਪਰ ਹੁਣ ਤਾਂ ਮੰਮਾ ਹੀ ਨਹੀਂ ਮੰਨ ਰਹੇ। ਠੀਕ ਹੈ, ਜੇ ਤੁਹਾਨੂੰ ਇੰਨਾ ਹੀ ਇਤਰਾਜ਼ ਹੈ ਤਾਂ ਮੈਂ ਉਸ ਨਾਲ ਵਿਆਹ ਨਹੀਂ ਕਰਵਾਉਂਦੀ। ਪਰ ਮੇਰੀ ਇੱਕ ਗੱਲ ਸੁਣ ਲਓ, ਜੇ ਮੇਰਾ ਵਿਆਹ ਫਿਲਿਪਸ ਨਾਲ ਨਹੀਂ ਹੋ ਸਕਦਾ ਤਾਂ ਮੈਂ ਹੋਰ ਕਿਸੇ ਨਾਲ ਵੀ ਵਿਆਹ ਨਹੀਂ ਕਰਵਾਉਣਾ। ਇਹ ਮੇਰਾ ਆਖਰੀ ਫੈਸਲਾ ਹੈ। ਇਹ ਕਹਿੰਦੇ ਹੋਏ ਮੈਨੂੰ ਮੰਜੇ 'ਤੇ ਪੈ ਕੇ ਰੋਣ ਲੱਗੀ। ਇਹ ਡਰਾਮੇਬਾਜ਼ੀ ਮੇਰੇ ਨਾਲ ਨਾ ਕਰ, ਆਪਣੇ ਪਿਓ ਨਾਲ ਆਪ ਹੀ ਗੱਲ ਕਰ ਲੈ। ਜੋ ਮੰਨ ਗਏ ਮੈਨੂੰ ਕੋਈ ਇਤਰਾਜ਼ ਨਹੀਂ। ਮੈਨੂੰ ਮਾਂ ਦੀ ਇਹ ਗੱਲ ਸੁਣ ਦਿਲ ਹੀ ਦਿਲ ਵਿੱਚ ਖੁਸ਼ ਹੋ ਗਈ ਕਿ ਜੇ ਮੰਮਾ ਮੰਨ ਗਏ ਤਾਂ ਉਹ ਪਾਪਾ ਨੂੰ ਵੀ ਆਪ ਹੀ ਮਨਾ ਲੈਣਗੇ। ਪਰ ਉਸਨੇ ਰੋਣਾ ਬੰਦ ਨਾ ਕੀਤਾ। ਉਹ ਮੰਮਾ ਨੂੰ ਇਮੋਸ਼ਨਲ ਬਲੈਕਮੇਲ ਕਰਨਾ ਚਾਹੁੰਦੀ ਸੀ, ਇਸ ਲਈ ਰੋਂਦੀ ਹੋਈ ਬੋਲੀ, ਜੇ ਤੁਸੀਂ ਪਾਪਾ ਨਾਲ ਗੱਲ ਕਰਨੀ ਹੈ ਤਾਂ ਕਰੋ, ਮੈਂ ਨਹੀਂ ਕਰਦੀ। ਕੁਆਰੀ ਬੈਠੀ ਰਹੂੰ ਸਾਰੀ ਉਮਰ। ਆਹੋ, ਮੈਂ ਹੀ ਲੱਭੀ ਹਾਂ ਬਲੀ ਦਾ ਬੱਕਰਾ ਬਣਾਉਣ ਨੂੰ। ਮੇਰੀ ਗੁੱਤ ਪਟਵਾ ਆਪਣੇ ਪਿਓ ਤੋਂ। ਕਿਉਂ ਪਾਪਾ ਨੂੰ ਬਦਨਾਮ ਕਰਦੇ ਹੋ? ਉਹਨਾਂ ਨੇ ਅਜੇ ਤੱਕ ਤੁਹਾਡੀ ਕੋਈ ਗੱਲ ਮੋੜੀ ਹੈ? ਹਰ ਕੰਮ ਤੁਹਾਡੇ ਤੋਂ ਸਲਾਹ ਲੈ ਕੇ ਤਾਂ ਕਰਦੇ ਨੇ। ਮੀਨੂ ਦੀ ਇਹ ਗੱਲ ਸੁਣ ਕੇ ਸੁਧਾ ਕੁਝ ਢੈਲੀ ਜਿਹੀ ਹੋ ਗਈ। ਮੀਨੂ ਦੀ ਇਹ ਗੱਲ ਸੱਚੀ ਸੀ। ਧਰਮਪਾਲ ਕਰਦਾ ਕੋਈ ਵੀ ਕੰਮ ਸੁਧਾ ਦੀ ਮਰਜ਼ੀ ਤੋਂ ਬਗੈਰ ਨਹੀਂ ਸੀ ਕਰਦਾ। ਇਹ ਨਹੀਂ ਕਿ ਉਹ ਡਰੂ ਕਿਸਮ ਦਾ ਪਤੀ ਸੀ, ਪਰ ਉਸਦਾ ਇਹ ਵਿਸ਼ਵਾਸ ਸੀ ਕਿ ਹਰ ਕੰਮ ਵਿੱਚ ਜੇ ਪਤੀ ਪਤਨੀ ਦੀ ਇੱਕ ਰਾਏ ਹੋਵੇ ਤਾਂ ਪਰਿਵਾਰ ਵਿੱਚ ਕਲੇਸ਼ ਨਹੀਂ ਪੈਂਦਾ। ਇਹੋ ਕਾਰਨ ਸੀ ਕਿ ਧਰਮਪਾਲ ਅਤੇ ਸੁਧਾ ਵਿੱਚ ਬੋਲ ਬੁਲਾਰਾ ਘੱਟ ਹੀ ਹੁੰਦਾ। ਬੱਚਿਆਂ ਦੇ ਸਾਹਮਣੇ ਤਾਂ ਆਪਸ ਵਿੱਚ ਉੱਚੀ ਆਵਾਜ਼ ਵਿੱਚ ਗੱਲ ਵੀ ਨਾ ਕਰਦੇ। ਦੇਖ ਮੈਨੂੰ, ਮੈਂ ਪੱਕੇ ਤੌਰ 'ਤੇ ਕੁਝ ਨਹੀਂ ਕਹਿ ਸਕਦੀ। ਮੌਕਾ ਪਾ ਕੇ ਉਹਨਾਂ ਨਾਲ ਗੱਲ ਕਰਾਂਗੀ। ਮਾਮਾ ਦੀ ਇਸ ਗੱਲ ਤੋਂ ਮੈਨੂੰ ਖੁਸ਼ ਹੋ ਗਈ ਅਤੇ ਉਸਨੇ ਬੈੱਡ ਤੋਂ ਉੱਠ ਕੇ ਮੰਮਾ ਨੂੰ ਜੱਫੀ ਪਾ ਕੇ ਉਸਦਾ ਮੂੰਹ ਪਿਆਰ ਕਰ ਕਰਕੇ ਗਿੱਲਾ ਕਰ ਦਿੱਤਾ। ਸੁਧਾ ਨੇ ਉਸਨੂੰ ਪਿਆਰ ਨਾਲ ਉਸਦੇ ਸਿਰ ਨੂੰ ਚੁੰਮਦਿਆਂ ਕਿਹਾ, ਦੇਖ ਕਿਵੇਂ ਮੋਮੋ ਠਗਣੀ ਬਣਦੀ ਹੈ, ਪਹਿਲਾਂ ਮੈਨੂੰ ਉਸਦੀ ਫੋਟੋ ਦਿਖਾ। ਮੀਨੂ ਨੇ ਜਲਦੀ ਜਲਦੀ ਆਪਣਾ ਮੋਬਾਈਲ ਔਨ ਕਰਕੇ ਉਸ ਵਿੱਚੋਂ ਫਿਲਿਪਸ ਦੀਆਂ ਕਈ ਫੋਟੋਆਂ ਦਿਖਾਈਆਂ। ਕੁਝ ਫੋਟੋਆਂ ਉਹਨਾਂ ਦੀਆਂ ਇਕੱਠੀਆਂ ਵੀ ਸੀ। ਇੱਕ ਫੋਟੋ ਉਸਦੀ ਆਪਣੇ ਮੰਮੀ ਡੈਡੀ ਨਾਲ ਵੀ ਸੀ। ਸਾਊਥ ਇੰਡੀਅਨ ਦੀ ਤਰ੍ਹਾਂ ਰੰਗ ਤਾਂ ਭਾਵੇਂ ਕੁਝ ਪੱਕਾ ਹੀ ਸੀ, ਪਰ ਬਹੁਤ ਕਾਲਾ ਨਹੀਂ ਸੀ। ਨੈਣ ਨਕਸ਼ ਤਿੱਖੇ ਅਤੇ ਕੱਦ ਵੀ ਲੰਮਾ। ਮਾਂ ਪਿਓ ਦੀ ਪਰਸਨੈਲਿਟੀ ਵੀ ਵਧੀਆ ਸੀ। ਮਨ ਹੀ ਮਨ ਸੁਧਾ ਨੂੰ ਫਿਲਿਪਸ ਚੰਗਾ ਲੱਗਿਆ, ਪਰ ਉਸਨੇ ਮੀਨੂ ਨੂੰ ਚੜਾਉਣ ਲਈ ਕਿਹਾ, ਆਪਣਾ ਰੰਗ ਰੂਪ ਦੇਖ ਅਤੇ ਇਸ ਕਾਲੀਏ ਨੂੰ ਦੇਖ, ਜ਼ਮੀਨ ਅਸਮਾਨ ਦਾ ਫਰਕ ਹੈ। ਮੈਨੂੰ ਨਹੀਂ ਇਹ ਪਸੰਦ। ਮੰਮਾ ਦੇ ਬੋਲਣ ਦੇ ਢੰਗ ਤੋਂ ਮੀਨੂ ਨੂੰ ਪਤਾ ਲੱਗ ਗਿਆ ਕਿ ਮੰਮਾ ਉਸ ਨਾਲ ਮਖੌਲ ਕਰ ਰਹੀ। ਉਸਨੇ ਮਾਂ ਨੂੰ ਕੁੱਟਦਿਆਂ ਕਿਹਾ, ਉਹ ਮਾਤਾ, ਇਹ ਮੈਂ ਆਪਣੇ ਲਈ ਪਸੰਦ ਕੀਤਾ, ਤੁਹਾਡੇ ਲਈ ਨਹੀਂ। ਬੇਸ਼ਰਮ ਨਾ ਹੋਵੇ ਕਿਸੇ ਥਾਂ ਦੀ। ਮੈਂ ਤਾਂ ਅੰਗਰੇਜ਼ਾਂ ਵਰਗਾ ਗੋਰਾ ਮੁੰਡਾ ਲੱਭਿਆ ਸੀ ਆਪਣੇ ਲਈ। ਇਹ ਕਾਲੀ ਚੰਦ ਜਿਹਾ ਤੇਰੇ ਪਾਪਾ ਦਾ ਮੁਕਾਬਲਾ ਕੀ ਕਰੂ? ਇਹ ਕਹਿ ਕੇ ਸੁਧਾ ਹੱਸਦੀ ਹੋਈ ਕਮਰੇ ਤੋਂ ਬਾਹਰ ਚਲੀ ਗਈ। ਐਨੇ ਵਿੱਚ ਨਰਸ ਦੇ ਗਲੂਕੋਜ਼ ਦੀ ਬੋਤਲ ਬਦਲਣ ਦੀ ਆਵਾਜ਼ ਨਾਲ ਮੀਨੂ ਦੇ ਖਿਆਲਾਂ ਦੀ ਲੜੀ ਟੁੱਟੀ। ਨਰਸ ਨੇ ਪਿਸ਼ਾਬ ਵਾਲੀ ਥੈਲੀ ਚੈੱਕ ਕਰਕੇ ਮਰੀਜ਼ ਦੀ ਫਾਈਲ 'ਤੇ ਕੁਝ ਨੋਟ ਕੀਤਾ ਅਤੇ ਮੀਨੂ ਨੂੰ ਕਿਹਾ ਕਿ ਪਿਸ਼ਾਬ ਵਾਲੀ ਥੈਲੀ ਬਾਥਰੂਮ ਵਿੱਚ ਜਾ ਕੇ ਖਾਲੀ ਕਰ ਦਿਓ। ਧਰਮਪਾਲ ਦੂਜੇ ਬੈੱਡ ਤੋਂ ਉੱਠ ਕੇ ਆ ਗਿਆ ਅਤੇ ਉਸਨੇ ਥੈਲੀ ਪਕੜਦੇ ਹੋਏ ਨਰਸ ਨੂੰ ਪੁੱਛਿਆ ਕਿ ਮਰੀਜ਼ ਦੀ ਹਾਲਤ ਵਿੱਚ ਕੋਈ ਫਰਕ ਪਿਆ। ਨਰਸ ਇਹ ਕਹਿੰਦੇ ਹੋਏ ਕਮਰੇ ਵਿੱਚੋਂ ਬਾਹਰ ਚਲੀ ਗਈ। ਡਾਕਟਰ ਸਾਹਿਬ ਹੀ ਦੱਸਣਗੇ। ਧਰਮਪਾਲ ਨੇ ਥੈਲੀ ਖਾਲੀ ਕਰਕੇ ਪਾਈਪ ਦੁਆਰਾ ਉਸ ਵਿੱਚ ਪਾ ਕੇ ਸੁਧਾ ਦੇ ਬੈੱਡ ਨਾਲ ਟੰਗ ਦਿੱਤੀ ਅਤੇ ਮੀਨੂ ਨੂੰ ਕਿਹਾ ਕਿ ਉਹ ਕੁਝ ਦੇਰ ਆਰਾਮ ਕਰ ਲਵੇ। ਮੀਨੂ ਬਿਨਾਂ ਕੁਝ ਕਹੇ ਕੁਰਸੀ ਤੋਂ ਉੱਠ ਕੇ ਬੈੱਡ 'ਤੇ ਜਾ ਪਈ ਅਤੇ ਧਰਮਪਾਲ ਕੁਰਸੀ 'ਤੇ ਬੈਠ ਗਿਆ। ਮੀਨੂ ਬੈੱਡ 'ਤੇ ਪਈ ਵੀ ਸੋਚ ਰਹੀ ਸੀ ਕਿ ਪਤਾ ਨਹੀਂ ਮੰਮਾ ਨੇ ਉਸਦੀ ਇੰਟਰਕਾਸਟ ਵਿਆਹ ਵਾਲੀ ਗੱਲ ਦਿਲ 'ਤੇ ਲਾ ਲਈ ਅਤੇ ਇਸੇ ਕਰਕੇ ਉਹਨਾਂ ਨੂੰ ਅਟੈਕ ਹੋ ਗਿਆ। ਮਾਮਾ ਦੀ ਇਸ ਹਾਲਤ ਲਈ ਉਹ ਆਪਣੇ ਆਪ ਨੂੰ ਕਸੂਰਵਾਰ ਸਮਝਣ ਲੱਗੀ। ਉਹ ਇਹ ਵੀ ਸੋਚ ਰਹੀ ਸੀ ਕਿ ਮੰਮਾ ਪਤਾ ਨਹੀਂ ਕਦੋਂ ਠੀਕ ਹੋਣ ਅਤੇ ਕਦੋਂ ਪਾਪਾ ਨਾਲ ਗੱਲ ਕਰਨ। ਇਹ ਸੋਚਦੇ ਸੋਚਦੇ ਉਸਦੀ ਅੱਖ ਲੱਗ ਗਈ। ਧਰਮਪਾਲ ਆਪਣੀ ਪਤਨੀ ਦੇ ਚਿਹਰੇ ਵੱਲ ਵੇਖ ਰਿਹਾ ਸੀ। ਇੱਕ ਦਿਨ ਵਿੱਚ ਹੀ ਚਿਹਰੇ 'ਤੇ ਪਲੱਤਣ ਜਿਹੀ ਆ ਗਈ ਸੀ ਅਤੇ ਚਿਹਰਾ ਬਹੁਤ ਹੀ ਕਮਜ਼ੋਰ ਲੱਗ ਰਿਹਾ ਸੀ। ਇਸ ਹਾਲਤ ਵਿੱਚ ਬੈੱਡ 'ਤੇ ਪਈ ਸੁਧਾ ਨੂੰ ਦੇਖ ਧਰਮਪਾਲ ਨੂੰ ਖਿਆਲ ਆਇਆ
ਕਿਉਂ ਤਾਂ ਉਸ ਦੀਆਂ ਗੱਲਾਂ ਦੀ ਲਾਲੀ ਦੇਖ ਕੇ ਉਸ ਨੂੰ ਕਸ਼ਮੀਰਨ ਕਹਿੰਦਾ ਸੀ ਅਤੇ ਛੇੜਦੇ ਹੋਏ ਪੁੱਛਦਾ ਸੀ ਕਿ ਉਸ ਦੇ ਜਨਮ ਤੋਂ ਪਹਿਲਾਂ ਉਸ ਦੀ ਮਾਂ ਸੇਬ ਜ਼ਿਆਦਾ ਖਾਂਦੀ ਹੋਵੇਗੀ, ਇਸ ਲਈ ਉਸ ਦੀਆਂ ਗੱਲਾਂ ਸੇਬ ਵਰਗੀਆਂ ਲਾਲ ਨੇ। ਸੁਧਾ ਇਹ ਸੁਣ ਕੇ ਖੁਸ਼ ਹੋ ਜਾਂਦੀ ਤੇ ਧਰਮਪਾਲ ਦੀਆਂ ਗੱਲਾਂ ਨਾਲ ਆਪਣੀਆਂ ਗੱਲਾਂ ਰਗੜ ਕੇ ਕਹਿੰਦੀ, ਆ ਲਓ, ਤੁਹਾਡੀਆਂ ਗੱਲਾਂ ਵੀ ਲਾਲ ਕਰ ਦਿੱਤੀਆਂ। ਧਰਮਪਾਲ ਕਈ ਦਿਨਾਂ ਤੋਂ ਸੋਚ ਰਿਹਾ ਸੀ ਕਿ 4 ਕੁ ਮਹੀਨੇ ਬਾਅਦ ਉਹਨਾਂ ਦੇ ਵਿਆਹ ਦੀ ਸਿਲਵਰ ਜੁਬਲੀ ਹੈ। ਉਸਨੇ 4 ਕੁ ਸਾਲ ਪਹਿਲਾਂ ਹੀ ਕਿਸੇ ਕੰਪਨੀ ਦੇ 3 ਕੁ ਲੱਖ ਦੇ ਸ਼ੇਅਰ ਖਰੀਦੇ ਸੀ, ਜਿਨ੍ਹਾਂ ਦੀ ਕੀਮਤ ਹੁਣ 6 ਕੁ ਲੱਖ ਦੀ ਹੋ ਗਈ ਸੀ। ਉਸ ਦੀ 3 ਲੱਖ ਦੀ FD ਦੀ ਮਿਆਦ ਵੀ ਅਗਲੇ ਮਹੀਨੇ ਖਤਮ ਹੋ ਰਹੀ ਸੀ। ਇੰਨੇ ਪੈਸਿਆਂ ਨਾਲ ਉਹ ਦੋਵੇਂ ਯੂਰਪ ਦਾ ਟੂਰ ਲਾ ਸਕਦੇ ਨੇ। ਅਸਲ ਵਿੱਚ ਇੱਕ ਦਿਨ ਉਹ ਦੋਵੇਂ TV ਤੇ ਯੂਰਪੀ ਦੇਸ਼ਾਂ ਸੰਬੰਧੀ ਇੱਕ ਡਾਕੂਮੈਂਟਰੀ ਦੇਖ ਰਹੇ ਸਨ। ਡਾਕੂਮੈਂਟਰੀ ਦੇਖਦੇ ਹੋਏ ਸੁਧਾ ਨੇ ਹੀ ਕਿਹਾ ਸੀ ਕਿ ਯੂਰਪ ਦੀ ਸੈਰ ਵੀ ਕਰਨੀ ਚਾਹੀਦੀ ਹੈ। ਆਪਣੀ ਪਤਨੀ ਦੀ ਇਹ ਗੱਲ ਧਰਮਪਾਲ ਦੇ ਦਿਲ ਵਿੱਚ ਬੈਠ ਗਈ ਤੇ ਉਹ ਸੋਚ ਰਿਹਾ ਸੀ ਕਿ ਉਹ ਸੁਧਾ ਦੀ ਇਹ ਇੱਛਾ ਜ਼ਰੂਰ ਪੂਰੀ ਕਰੇਗਾ। ਉਸਨੇ ਇੱਕ ਟਰੈਵਲ ਏਜੰਟ ਨਾਲ ਵੀ ਗੱਲ ਕਰ ਲਈ ਜੋ ਯੂਰਪ ਦੇ ਟੂਰ ਲੈ ਕੇ ਜਾਂਦਾ ਸੀ, ਪਰ ਇਸ ਬਾਰੇ ਸੁਧਾ ਨੂੰ ਕੁਝ ਨਾ ਦੱਸਿਆ। ਅਸਲ ਵਿੱਚ ਉਹ ਸੁਧਾ ਨੂੰ ਸਿਲਵਰ ਜੁਬਲੀ ਗਿਫਟ ਦਾ ਸਰਪ੍ਰਾਈਜ਼ ਦੇਣਾ ਚਾਹੁੰਦਾ ਸੀ। ਇੱਕ ਦਿਨ ਉਸਨੇ ਗੱਲਾਂ ਵਿੱਚ ਇਹ ਜ਼ਰੂਰ ਕਿਹਾ ਕਿ ਜੇਕਰ 5-7 ਲੱਖ ਦਾ ਇੰਤਜ਼ਾਮ ਹੋ ਜਾਵੇ ਤਾਂ ਉਹ ਯੂਰਪ ਦੀ ਸੈਰ ਦਾ ਪ੍ਰੋਗਰਾਮ ਬਣਾ ਲੈਣ। ਇਹ ਸੁਣ ਕੇ ਸੁਧਾ ਨੇ ਹੱਸਦੇ ਹੋਏ ਕਿਹਾ ਸੀ ਕਿ ਹੁਣ ਆਪਣੇ ਸ਼ੌਕ ਪੂਰੇ ਕਰਨ ਨਾਲੋਂ ਬੱਚਿਆਂ ਦੀਆਂ ਲੋੜਾਂ ਵੱਲ ਧਿਆਨ ਦਿਓ, ਦੋਵਾਂ ਦੇ ਵਿਆਹ ਦੀ ਸੋਚੋ। ਇਹ ਸੁਣ ਕੇ ਧਰਮਪਾਲ ਨੇ ਜਵਾਬ ਦਿੱਤਾ ਕਿ ਬੱਚਿਆਂ ਨੂੰ ਵਧੀਆ ਪੜ੍ਹਾ ਲਿਖਾ ਦਿੱਤਾ ਹੈ, ਹੁਣ ਉਹ ਆਪਣੀਆਂ ਜ਼ਿੰਮੇਵਾਰੀਆਂ ਆਪ ਨਜਿੱਠਣ। ਮੁੰਡੇ ਦੇ ਵਿਆਹ 'ਤੇ ਅਸੀਂ ਕੁੜੀ ਵਾਲਿਆਂ ਦਾ ਕੋਈ ਖਰਚਾ ਨਹੀਂ ਕਰਵਾਉਣਾ, 10 ਬੰਦੇ ਬਰਾਤ ਜਾਵਾਂਗੇ, ਕੁੜੀ ਦੇ ਵਿਆਹ ਵਿੱਚ ਵੀ ਬਹੁਤਾ ਖਰਚ ਨਹੀਂ ਕਰਨਾ। ਧਰਮਪਾਲ ਦੀ ਇਹ ਗੱਲ ਸੁਣ ਕੇ ਸੁਧਾ ਨੇ ਹੌਕਾ ਭਰਦੇ ਕਿਹਾ ਸੀ, ਤੁਹਾਡੀ ਗੱਲ ਤਾਂ ਬਿਲਕੁਲ ਠੀਕ ਹੈ, ਪਰ ਦੁਨੀਆ ਨਹੀਂ ਜਿਉਣ ਦਿੰਦੀ, ਕਈ ਗੱਲਾਂ ਨਾ ਚਾਹੁੰਦੇ ਹੋਏ ਵੀ ਕਰਨੀਆਂ ਪੈਂਦੀਆਂ ਨੇ। ਉਹ ਪਤੀ ਦਾ ਦਿਲ ਵੀ ਨਹੀਂ ਸੀ ਤੋੜਨਾ ਚਾਹੁੰਦੀ, ਇਸ ਲਈ ਕਹਿਣ ਲੱਗੀ, ਚਲੋ ਦੇਖੋ, ਆਸ ਦੇ ਸਹਾਰੇ ਦੁਨੀਆ ਚੱਲਦੀ ਹੈ। ਧਰਮਪਾਲ ਸੋਚ ਰਿਹਾ ਸੀ ਕਿ ਪਤਾ ਨਹੀਂ ਹੁਣ ਸੁਧਾ ਕਦੋਂ ਪੂਰੀ ਤਰ੍ਹਾਂ ਠੀਕ ਹੋਵੇਗੀ, ਕਿ ਉਹ ਸਿਲਵਰ ਜੁਬਲੀ ਤੋਂ ਪਹਿਲਾਂ ਯੂਰਪ ਦਾ ਟੂਰ ਲਾਉਣ ਜੋਗੀ ਹੋ ਜਾਵੇਗੀ। ਹਾਂ ਜੀ ਮਿਸਟਰ ਧਰਮਪਾਲ, ਕੀ ਹਾਲ ਹੈ? ਡਾਕਟਰ ਦੀ ਇਹ ਗੱਲ ਸੁਣ ਕੇ ਉਹ ਆਪਣੀਆਂ ਸੋਚਾਂ 'ਚੋਂ ਬਾਹਰ ਆਇਆ। ਉਹ ਇੱਕੋ ਦਮ ਕੁਰਸੀ ਤੋਂ ਖੜਾ ਹੋ ਗਿਆ। ਨਰਸ ਵੀ ਡਾਕਟਰ ਦੇ ਨਾਲ ਹੀ ਸੀ। ਉਸਨੇ ਸੁਧਾ ਦੀ ਫਾਈਲ ਡਾਕਟਰ ਦੇ ਅੱਗੇ ਕੀਤੀ। ਡਾਕਟਰ ਚਾਵਲਾ ਨੇ ਪਹਿਲਾਂ ਸੁਧਾ ਦੀਆਂ ਬੰਦ ਅੱਖਾਂ ਨੂੰ ਖੋਲ੍ਹ ਕੇ ਵੇਖਿਆ, ਫਿਰ ਗਲ ਵਿੱਚ ਪਏ ਸਟੈਥੋਸਕੋਪ ਨਾਲ ਮਰੀਜ਼ ਨੂੰ ਚੈੱਕ ਕੀਤਾ। ਉਸ ਤੋਂ ਬਾਅਦ ਫਾਈਲ ਚੰਗੀ ਤਰ੍ਹਾਂ ਦੇਖੀ ਤੇ ਉਸ 'ਤੇ ਕੁਝ ਲਿਖਿਆ। ਇਸ ਤੋਂ ਪਹਿਲਾਂ ਕਿ ਧਰਮਪਾਲ ਕੁਝ ਬੋਲਦਾ, ਡਾਕਟਰ ਨੇ ਆਪ ਹੀ ਦੱਸਣਾ ਸ਼ੁਰੂ ਕੀਤਾ ਕਿ ਪਿਛਲੇ 6-7 ਘੰਟਿਆਂ ਵਿੱਚ ਮਰੀਜ਼ ਦੀ ਹਾਲਤ ਵਿੱਚ ਕੁਝ ਸੁਧਾਰ ਆਇਆ ਹੈ, ਪਰ ਅਜੇ ਵੀ ਖਤਰੇ ਤੋਂ ਪੂਰੀ ਤਰ੍ਹਾਂ ਬਾਹਰ ਨਹੀਂ ਕਿਹਾ ਜਾ ਸਕਦਾ। ਜਿਸ ਤਰ੍ਹਾਂ ਇੰਪਰੂਵਮੈਂਟ ਰਹੀ ਤਾਂ ਠੀਕ ਹੈ, ਬਾਕੀ MRI ਕਰਵਾ ਕੇ ਅਸਲੀ ਪੋਜੀਸ਼ਨ ਦਾ ਪਤਾ ਲੱਗੇਗਾ। ਅਜੇ ਤੱਕ ਇਸ ਨੂੰ ਹੋਸ਼ ਕਿਉਂ ਨਹੀਂ ਆਇਆ? ਧਰਮਪਾਲ ਨੇ ਝਕਦੇ ਪੁੱਛਿਆ। ਇਹ ਬੇਹੋਸ਼ ਨਹੀਂ ਨੇ, ਕੁਝ ਤਾਂ ਦਵਾਈਆਂ ਕਰਕੇ ਡਰੋਜ਼ੀਨੈਸ ਹੈ ਤੇ ਦੂਜਾ ਇਹਨਾਂ ਦੇ ਦਿਮਾਗ ਨੂੰ ਪੂਰਾ ਰੈਸਟ ਦੇਣ ਲਈ ਨੀਂਦ ਦੇ ਇੰਜੈਕਸ਼ਨ ਦੇ ਰਿਹਾ। ਇਹਨਾਂ ਨੂੰ ਕੋਈ ਪਹਿਲਾਂ BP ਦੀ ਸ਼ਿਕਾਇਤ ਹੈ ਨਹੀਂ ਸੀ, ਇਸ ਲਈ ਇੱਕੋ ਦਮ ਅਟੈਕ ਦਾ ਮਤਲਬ ਹੈ ਕਿ ਪੇਸ਼ੈਂਟ ਨੂੰ ਕੋਈ ਦਿਮਾਗੀ ਪਰੇਸ਼ਾਨੀ ਹੋ ਸਕਦੀ ਹੈ। ਇਹਨਾਂ ਦੀ ਨਬਜ਼, BP, ਹਾਰਟਬੀਟ ਤੇ ਪਿਸ਼ਾਬ ਦਾ ਡਿਸਚਾਰਜ ਤਕਰੀਬਨ ਨਾਰਮਲ ਹੋ ਰਿਹਾ ਹੈ ਐਂਡ ਦੈਟ ਦਿਸ ਇਜ਼ ਏ ਗੁੱਡ ਸਾਈਨ। ਬਾਕੀ ਕੁਝ ਦੇਰ ਤੱਕ ECG ਕਰਨ ਵਾਲੀ ਸਿਸਟਰ ਆਉਂਦੀ ਹੈ, ਮੈਂ ਜੇ ਹਸਪੀਟਲ ਹੀ ਹਾਂ, ECG ਦਾ ਰਿਜ਼ਲਟ ਦੇਖ ਕੇ ਹੀ ਜਾਵਾਂਗਾ। ਇਹ ਕਹਿ ਕੇ ਡਾਕਟਰ ਚਲਿਆ ਗਿਆ। ਡਾਕਟਰ ਦੇ ਜਾਣ ਤੋਂ ਬਾਅਦ ਆਕਾਸ਼ ਆ ਗਿਆ। ਉਸ ਦੇ ਇੱਕ ਹੱਥ ਵਿੱਚ ਚਾਹ ਦੀ ਥਰਮਸ ਸੀ ਤੇ ਦੂਜੇ ਹੱਥ ਵਿੱਚ ਖਾਣ ਦੇ ਸਮਾਨ ਦਾ ਪੋਲੀਥੀਨ ਬੈਗ। ਦੋਵੇਂ ਚੀਜ਼ਾਂ ਉਸਨੇ ਦੂਜੇ ਬੈੱਡ ਕੋਲ ਪਏ ਟੇਬਲ 'ਤੇ ਰੱਖਦੇ ਹੋਏ ਆਪਣੇ ਪਾਪਾ ਤੇ ਭੈਣ ਨੂੰ ਇਸ਼ਾਰਾ ਕੀਤਾ ਕਿ ਕੁਝ ਖਾ ਲੈਣ। ਮੈਨੂੰ ਬਾਥਰੂਮ ਵਿੱਚ ਹੱਥ ਧੋਣ ਚਲੀ ਗਈ ਤੇ ਪਾਪਾ ਨੇ ਆਕਾਸ਼ ਨੂੰ ਦੱਸਿਆ ਕਿ ਪਹਿਲਾਂ ਨਾਲੋਂ ਕੁਝ ਫਰਕ ਹੈ। ਉਸਨੇ ਇਹ ਵੀ ਦੱਸ ਦਿੱਤਾ ਕਿ ਡਾਕਟਰ ਦਾ ਖਿਆਲ ਹੈ ਕਿ ਕਿਸੇ ਮੈਂਟਲ ਟੈਂਸ਼ਨ ਕਰਕੇ ਅਟੈਕ ਹੋ ਸਕਦਾ। ਮੈਨੂੰ ਦੇ ਆਉਣ ਤੋਂ ਬਾਅਦ ਧਰਮਪਾਲ ਬਾਥਰੂਮ ਵਿੱਚ ਚਲਾ ਗਿਆ। ਮੈਨੂੰ ਬੈਗ ਵਿਚਲਾ ਸਮਾਨ ਦੇਖਣ ਲੱਗੀ। ਆਕਾਸ਼ ਮਾਮਾ ਦੇ ਬੈੱਡ ਕੋਲ ਪਈ ਕੁਰਸੀ 'ਤੇ ਬੈਠ ਗਿਆ। ਉਹ ਇਹ ਸੋਚਣ ਲੱਗਿਆ ਕਿ ਮਾਮਾ ਨੂੰ ਕਿਸ ਚੀਜ਼ ਦੀ ਟੈਨਸ਼ਨ ਹੋ ਸਕਦੀ ਹੈ। ਉਹ ਮਾਮਾ ਦੇ ਚਿਹਰੇ ਨੂੰ ਧਿਆਨ ਨਾਲ ਦੇਖਣ ਲੱਗਿਆ। ਉਹ ਸੋਚ ਰਿਹਾ ਸੀ ਕਿ ਮਾਮਾ ਤਾਂ ਕਿਸੇ ਚੀਜ਼ ਦਾ ਬਹੁਤਾ ਫਿਕਰ ਕਰਦੇ ਹੀ ਨਹੀਂ ਸੀ। ਕਈ ਵਾਰ ਪਾਪਾ ਜਦੋਂ ਕਿਸੇ ਦਫ਼ਤਰੀ ਕੰਮ ਕਰਕੇ ਜਾਂ ਹੋਰ ਕਿਸੇ ਕਾਰਨ ਫਿਕਰਮੰਦ ਹੁੰਦੇ ਤਾਂ ਮਾਮਾ ਉਹਨਾਂ ਨੂੰ ਅਕਸਰ ਕਿਹਾ ਕਰਦੇ ਸੀ, ਬਹੁਤਾ ਨਾ ਫਿਕਰ ਕਰਿਆ ਕਰੋ, ਫਿਕਰ ਕਰਨ ਨਾਲ ਤਾਂ ਕੰਮ ਹੋਰ ਵਿਗੜ ਜਾਂਦੇ ਨੇ, ਸਭ ਕੁਝ ਠੀਕ ਹੀ ਹੋ ਜਾਵੇਗਾ। ਬੈਠੇ ਬੈਠੇ ਆਕਾਸ਼ ਨੂੰ ਖਿਆਲ ਆਇਆ ਕਿ ਕਿਤੇ ਮੰਮਾ ਨੇ ਉਸ ਦੀ ਗੱਲ ਦੀ ਟੈਨਸ਼ਨ ਤਾਂ ਨਹੀਂ ਲੈ ਲਈ। ਉਹ ਜਦੋਂ 15 ਕੁ ਦਿਨ ਪਹਿਲਾਂ 3 ਦਿਨ ਲਈ
ਮੰਮੀ ਪਾਪਾ ਨੂੰ ਮਿਲਣ ਆਇਆ ਸੀ ਤਾਂ ਉਸਨੇ ਪਾਪਾ ਦੇ ਦਫ਼ਤਰ ਜਾਣ ਬਾਅਦ ਮੰਮਾ ਨਾਲ ਗੱਲ ਕੀਤੀ ਸੀ ਕਿ ਉਸਦੀ ਕੰਪਨੀ ਉਸ ਨੂੰ 6 ਮਹੀਨੇ ਲਈ ਅਮਰੀਕਾ ਕਿਸੇ ਟ੍ਰੇਨਿੰਗ ਤੇ ਭੇਜਣਾ ਚਾਹੁੰਦੀ ਹੈ, ਜਿਸ ਲਈ ਟ੍ਰੇਨਿੰਗ ਦੀ ਫੀਸ ਤੇ ਹਵਾਈ ਜਹਾਜ਼ ਦੀ ਰਿਟਰਨ ਟਿਕਟ ਤਾਂ ਉਹ ਦੇ ਦੇਣਗੇ, ਪਰ ਰਹਿਣ ਦਾ ਤੇ ਖਾਣ ਪੀਣ ਦਾ ਖਰਚਾ ਉਸ ਨੂੰ ਆਪ ਹੀ ਕਰਨਾ ਪਵੇਗਾ। ਕਿੰਨਾ ਕੁ ਖਰਚਾ ਚਾਹੀਦਾ ਹੈ? ਮੰਮਾ ਨੇ ਪੁੱਛਿਆ। 10-12 ਲੱਖ ਤਾਂ ਚਾਹੀਦਾ ਹੀ ਹੈ। ਇਹ ਸੁਣ ਕੇ ਮੰਮਾ ਕੁਝ ਸੋਚਾਂ ਵਿੱਚ ਪੈ ਗਈ। ਕੁਝ ਦੇਰ ਬਾਅਦ ਕਹਿਣ ਲੱਗੀ, ਇਸ ਟ੍ਰੇਨਿੰਗ ਦਾ ਤੈਨੂੰ ਕੀ ਫਾਇਦਾ ਹੋਵੇਗਾ? ਮੰਮਾ, ਹੋ ਸਕਦਾ ਟ੍ਰੇਨਿੰਗ ਦੌਰਾਨ ਮੈਨੂੰ ਉੱਥੇ ਹੀ ਜੌਬ ਮਿਲ ਜਾਵੇ। ਜੇ ਕੰਮ ਨਾ ਵੀ ਮਿਲਿਆ ਤਾਂ ਕੰਪਨੀ ਤਾਂ ਮੇਰੀ ਤਨਖਾਹ ਜ਼ਰੂਰ ਵਧਾਏਗੀ। ਚੱਲ ਤੂੰ ਫਿਕਰ ਨਾ ਕਰ, ਤੇਰੇ ਪਾਪਾ ਨਾਲ ਗੱਲ ਕਰਦੀਆਂ ਕੋਈ ਹੀਲਾ ਵਸੀਲਾ। ਜੇ ਕਿਤੇ ਵੀ ਕੰਮ ਨਾ ਬਣਿਆ ਤਾਂ ਮੇਰੇ ਗਹਿਣੇ ਤਾਂ ਕਿਤੇ ਗਏ ਹੀ ਨਹੀਂ। ਨਹੀਂ ਮੰਮਾ, ਗਹਿਣੇ ਤਾਂ ਤੁਸੀਂ ਆਪਣੇ ਕੋਲ ਹੀ ਰੱਖੋ, ਮੈਨੂੰ ਦੇ ਵਿਆਹ ਲਈ ਵੀ ਚਾਹੀਦੇ ਨੇ। ਇਹ ਸੁਣ ਕੇ ਸੁਦਾ ਨੂੰ ਇਹ ਖੁਸ਼ੀ ਹੋਈ ਕਿ ਆਕਾਸ਼ ਨੂੰ ਘਰ ਦਾ ਵੀ ਫਿਕਰ ਹੈ। ਉਹ ਆਕਾਸ਼ ਦੇ ਸਿਰ ਤੇ ਹੱਥ ਫੇਰਦੀ ਹੋਈ ਬੋਲੀ, ਉਸ ਦੇ ਤੇ ਤੇਰੇ ਵਿਆਹ ਦਾ ਇੰਤਜ਼ਾਮ ਤਾਂ ਅਲੱਗ ਕਰਕੇ ਰੱਖਿਆ ਪਿਆ ਹੈ, ਇਹ ਤਾਂ ਮੈਂ ਆਪਣੇ ਲਈ ਰੱਖੇ ਹੋਏ ਨੇ। ਹੁਣ ਤੇਰਾ ਕੰਮ ਸਰ ਜਾਵੇ, ਮੈਂ ਗਹਿਣਿਆਂ ਨੂੰ ਕੀ ਕਰਨਾ? ਇਹ ਸੁਣ ਕੇ ਆਕਾਸ਼ ਨੂੰ ਕੁਝ ਹੌਸਲਾ ਹੋਇਆ ਅਤੇ ਉਸਨੇ ਮੰਮਾ ਨੂੰ ਕੁੱਟ ਕੇ ਜੱਫੀ ਪਾ ਲਈ। ਆਕਾਸ਼ ਨੂੰ ਖਿਆਲ ਆਇਆ ਕਿ ਕਿਤੇ ਮੰਮਾ ਉਸ ਗੱਲ ਦੀ ਟੈਨਸ਼ਨ ਤਾਂ ਨਹੀਂ ਲੈ ਗਏ। ਉਸ ਸਮੇਂ ਇੱਕ ਨਰਸ ECG ਦੀ ਮਸ਼ੀਨ ਲੈ ਕੇ ਆ ਗਈ। ਉਸਨੇ ਧਰਮਪਾਲ ਤੇ ਆਕਾਸ਼ ਨੂੰ ਬਾਹਰ ਜਾਣ ਲਈ ਕਿਹਾ। ਉਹ ਤਾਰਾਂ ਫਿੱਟ ਕਰਨ ਲੱਗੀ। ਮੈਨੂੰ ਇਸ ਕੰਮ ਵਿੱਚ ਉਸਦੀ ਮਦਦ ਕਰ ਰਹੀ ਸੀ। ECG ਕਰਕੇ ਨਰਸ ਰਿਪੋਰਟ ਡਾਕਟਰ ਨੂੰ ਦਿਖਾਉਣ ਕਮਰੇ ਤੋਂ ਬਾਹਰ ਚਲੀ ਗਈ। ਧਰਮਪਾਲ ਅਤੇ ਆਕਾਸ਼ ਵੀ ਉਸਦੇ ਪਿੱਛੇ ਹੀ ਕਮਰੇ ਵਿੱਚੋਂ ਬਾਹਰ ਨਿਕਲ ਗਏ। ਡਾਕਟਰ ਉਹਨਾਂ ਦੇ ਕਮਰੇ ਵੱਲ ਹੀ ਆ ਰਿਹਾ ਸੀ। ਡਾਕਟਰ ਨੇ ECG ਨੂੰ ਚੰਗੀ ਤਰ੍ਹਾਂ ਦੇਖਿਆ ਅਤੇ ਉਹ ਬਿਨਾਂ ਕੁਝ ਕਹੇ ਧਰਮਪਾਲ ਵੱਲ ਦੇਖ ਕੇ ਹਲਕਾ ਜਿਹਾ ਮੁਸਕਰਾਇਆ ਅਤੇ ਚਲਾ ਗਿਆ।